Hello everyone, welcome to Victor's Knowledge. This is Shinu Sharma. ਸੋ ਅੱਜ ਦਾ ਇਹ ਲੈਕਚਰ ਬਹੁਤ ਹੀ ਇੰਪੋਰਟੈਂਟ ਲੈਕਚਰ ਹੈ। ਸਟੂਡੈਂਟਸ ਕਾਫੀ ਸਮੇਂ ਤੋਂ ਵੇਟ ਕਰ ਰਹੇ ਸੀ, ਮੈਨੂੰ ਬਹੁਤ ਸਾਰੀਆਂ ਈਮੇਲਸ ਆ ਰਹੀਆਂ ਸੀ, ਡੀਐਮ ਆ ਰਹੇ ਸੀ ਇੰਸਟਾਗ੍ਰam ਉੱਤੇ ਕਿ ਐਕਸਾਈਜ਼ ਇੰਸਪੈਕਟਰ ਦੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ। ਸੋ ਕਿ ਇਹਦੇ ਲਈ ਮੈਂ ਕੋਈ ਕੋਰਸ ਲਾਂਚ ਕਰ ਰਹੀ ਹਾਂ ਜਾਂ ਨਹੀਂ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ ਕੋਰਸ ਡਿਟੇਲਸ ਵੀ ਸ਼ੇਅਰ ਕਰੂੰਗੀ ਤੇ ਇੱਕ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਮੈਂ ਕਰਨੀ ਹੈ। ਸੋ ਜਿਹੜਾ ਹੁਣ ਇਹ ਕੋਰਸ ਮੈਂ ਸਟਾਰਟ ਕਰਨ ਜਾ ਰਹੀ ਹਾਂ ਇਹਦੇ ਵਿੱਚ ਫਰਸਟ ਟਾਈਮ ਲਾਈਵ ਲੈਕਚਰਸ ਹੋਣਗੇ। ਸੋ ਗੂਗਲ ਮੀਟ ਦੇ ਥਰੂ ਪ੍ਰੋਪਰ ਮੈਂ ਤੁਹਾਡੇ ਨਾਲ ਲਾਈਵ ਲੈਕਚਰ ਲਵਾਂਗੀ। ਸੋ ਹਫਤੇ ਦੇ ਵਿੱਚ 3 ਦਿਨ ਕਲਾਸਿਸ ਹੋਇਆ ਕਰਨਗੀਆਂ, ਸਵੇਰੇ 9:30 ਤੋਂ ਸਟਾਰਟ ਹੋ ਕੇ ਦੁਪਹਿਰ ਦੇ 2 ਵਜੇ ਤੱਕ। ਸੋ ਕਿਵੇਂ ਬ੍ਰੇਕਸ ਹੋਣਗੀਆਂ, ਕਲਾਸਿਸ ਦਾ ਟਾਈਮ ਕੀ ਰਹੂਗਾ, ਕਿਵੇਂ ਕਿਵੇਂ ਮੈਂ ਸਬਜੈਕਟ ਕਵਰ ਕਰੂੰਗੀ, ਸੋ ਸਾਰਾ ਕੁਝ ਅੱਜ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ ਕਵਰ ਕੀਤਾ ਹੈ। ਸੋ ਆਲਸੋ ਸਿਲੇਬਸ ਕਿਵੇਂ ਹੈ, ਜੇ ਕੋਈ ਸਟੂਡੈਂਟ ਸੈਲਫ ਸਟੱਡੀ ਵੀ ਕਰਨਾ ਚਾਹੁੰਦੇ ਨੇ ਸੋ ਉਹਨਾਂ ਦੇ ਲਈ ਵੀ ਇੱਕ ਪਰਫੈਕਟ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਕਿਹੜੀਆਂ ਤੁਸੀਂ ਬੁੱਕਸ ਫੋਲੋ ਕਰਨੀਆਂ ਨੇ। ਸੋ ਸਾਰਾ ਕੁਝ ਅੱਜ ਤੁਹਾਨੂੰ ਇਸ ਵੀਡੀਓ ਲੈਕਚਰ ਦੇ ਵਿੱਚ ਮਿਲੂਗਾ, ਤੁਸੀਂ ਐਂਡ ਤੱਕ ਦੇਖਣਾ ਹੈ। ਆਲਸੋ ਜੇ ਤੁਸੀਂ ਆਪਣੇ 3 ਮਹੀਨੇ ਦੇ ਵਿੱਚ ਤਿਆਰੀ ਕਰਕੇ ਕੋਈ ਵੀ 2025 ਦੇ ਸਰਕਾਰੀ ਪੇਪਰ ਦੇ ਵਿੱਚ ਸੀਟ ਪੱਕੀ ਕਰਨੀ ਹੈ ਤਾਂ ਇਹ ਕੋਰਸ ਤੁਹਾਡੇ ਲਈ ਬਿਲਕੁਲ ਸੂਟੇਬਲ ਰਹੂਗਾ, ਕਿਉਂਕਿ ਇਹ ਇੱਕ ਆਲ ਇਨਕਲੂਸਿਵ ਕੋਰਸ ਹੈ। ਸੋ ਇਹਦੇ ਵਿੱਚ ਤੁਹਾਨੂੰ ਨੋਟਸ, ਵੀਡੀਓ ਲੈਕਚਰ, ਐਮਸੀਕਿਊ, ਥਿਊਰੀ, ਡਾਊਟਸ ਤੁਹਾਡੇ ਕਲੀਅਰ ਹੋ ਰਹੇ ਨੇ, ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਵੀ ਮਿਲ ਰਹੇ ਨੇ, ਮੌਕ ਟੈਸਟ ਵੀ ਮਿਲਣਗੇ ਪੇਪਰ ਤੋਂ ਪਹਿਲਾਂ। ਸੋ ਦਿਸ ਇਜ਼ ਐਨ ਆਲ ਇਨਕਲੂਸਿਵ ਕੋਰਸ। ਸੋ ਤੁਹਾਨੂੰ ਇਹਨੂੰ ਕਵਰ ਕਰਨ ਤੋਂ ਬਾਅਦ ਕਿਸ ਤੋਂ ਹੋਰੋਂ ਪ੍ਰੈਪਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਪਏਗੀ। ਬਾਕੀ ਮੈਂ ਡੈਮੋ ਲੈਕਚਰ ਲਵਾਂਗੀ, ਸੋ ਕੋਰਸ ਵਿੱਚ ਅੱਗੇ ਜਾ ਕੇ ਮੈਂ ਸਮਝਾਇਆ ਕਿ ਡੈਮੋ ਲੈਕਚਰ ਕਦੋਂ ਲਵਾਂਗੀ, ਕਿਵੇਂ ਹੋਊਗਾ। ਸੋ ਉਹਨੂੰ ਲਗਾ ਕੇ ਜੇ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਫਿਰ ਮੇਰੇ ਨਾਲ ਇਸ ਕੋਰਸ ਵਿੱਚ ਐਨਰੋਲ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਅੱਜ ਦੇ ਇਸ ਲੈਕਚਰ ਨੂੰ ਸਿਲੇਬਸ ਦੇ ਨਾਲ। ਐਕਸਾਈਜ਼ ਇੰਸਪੈਕਟਰ ਦਾ ਵੀ ਆਲ ਨੋ ਦੈਟ ਹਜੇ ਸਿਲੇਬਸ ਆਊਟ ਹੋਣਾ ਹੈ, ਬਟ 99.9% ਚਾਂਸਸ ਨੇ ਕਿ ਸਿਲੇਬਸ ਸੇਮ ਰਹਿਣ ਵਾਲਾ ਹੈ, ਕਿਉਂਕਿ PSSB ਦੇ ਸਾਰੇ ਐਗਜ਼ਾਮਸ ਦਾ ਸਿਲੇਬਸ ਸੇਮ ਰਹਿੰਦਾ ਹੈ। ਈਵਨ ਜਿਹੜੇ PPSC ਦੇ ਐਗਜ਼ਾਮਸ ਨੇ ਉਹਨਾਂ ਦਾ ਪਾਰਟ A ਹੁੰਦਾ GS ਵਾਲਾ, ਉਹ ਵੀ ਐਗਜ਼ੈਕਟਲੀ ਸੇਮ ਹੁਣ ਆਉਂਦਾ ਹੈ ਐਕਸਾਈਜ਼ ਇੰਸਪੈਕਟਰ ਦੇ ਪੈਟਰਨ ਉੱਤੇ। ਸੋ ਜੇ ਤੁਸੀਂ PSSB ਐਕਸਾਈਜ਼ ਇੰਸਪੈਕਟਰ ਕੋਰਸ ਮੇਰੇ ਨਾਲ ਕਰ ਰਹੇ ਹੋ ਤਾਂ ਤੁਹਾਡੀ PPSC ਦੀ ਵੀ ਤਿਆਰੀ ਨਾਲ ਹੀ ਹੋ ਜਾਏਗੀ। ਬਾਕੀ ਜੇ ਕੋਈ ਬਾਈ ਚਾਂਸ ਐਡੀਸ਼ਨਲ ਟੌਪਿਕ ਆਉਂਦਾ ਹੈ, ਪਿਛਲੀ ਵਾਰੀ ਨਹੀਂ ਆਇਆ ਸੀ, ਉਸ ਤੋਂ ਪਹਿਲਾਂ ਜੋ 2022 ਚ ਆਪਾਂ ਇਸ ਐਗਜ਼ਾਮ ਦੀ ਤਿਆਰੀ ਕੀਤੀ ਸੀ ਤਾਂ ਤੁਹਾਨੂੰ ਪਤਾ ਹੈ ਕਿ ਆਪਾਂ ਟੈਕਸੇਸ਼ਨ ਕੀਤਾ ਸੀ ਤੇ 100% ਟੈਕਸੇਸ਼ਨ ਜੋ ਤੁਸੀਂ ਮੇਰੇ ਨਾਲ ਇਸ ਚੈਨਲ ਉੱਤੇ ਤਿਆਰ ਕੀਤਾ ਸੀ ਉਹਦੇ ਵਿੱਚੋਂ ਹੀ ਪੇਪਰ ਆਇਆ ਸੀ। ਸੋ ਜੇ ਇਨ ਕੇਸ ਟੈਕਸੇਸ਼ਨ ਦੁਬਾਰਾ ਆ ਜਾਂਦਾ ਹੈ ਤਾਂ ਤੁਹਾਨੂੰ ਉਹਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਆਪਾਂ ਕਵਰ ਕਰ ਲਾਂਗੇ। ਬਾਕੀ ਜਿਹੜਾ ਇਸ ਟਾਈਮ ਐਕਸਪੈਕਟਡ ਸਿਲੇਬਸ ਹੈ ਜਿਹਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਨੇ ਆਪਣੀ ਤਿਆਰੀ ਹੁਣ ਸ਼ੁਰੂ ਕਰ ਦੇਣੀ ਹੈ, ਸੋ ਉਹ ਆਪਾਂ ਡਿਸਕਸ ਕਰਦੇ ਹਾਂ। 25 ਨੰਬਰ ਦਾ ਤੁਹਾਨੂੰ ਆਉਣ ਵਾਲਾ ਹੈ ਜੀਕੇ, ਜਿਹਦੇ ਵਿੱਚ ਕਰੰਟ ਅਫੇਅਰਸ ਵੀ ਹੋਣਗੇ, ਨੈਸ਼ਨਲ ਇੰਟਰਨੈਸ਼ਨਲ। ਸੋ ਜੀਕੇ ਦੇ ਅੰਦਰ ਪੋਲਿਟੀ, ਇਨਵਾਇਰਨਮੈਂਟ, ਕਰੰਟ ਅਫੇਅਰ ਆਪਾਂ ਨੂੰ ਪਤਾ ਹੈ, ਸਾਇੰਸ, ਇਕਨੋਮਿਕਸ, ਹਿਸਟਰੀ ਆਫ ਪੰਜਾਬ, 14th century onwards, medieval history, then history of India with special reference to Indian freedom struggle movement, sports, cinema, literature, ਇਹ ਹੋ ਗਿਆ ਸਟੈਟਿਕ ਪਾਰਟ। ਸੋ ਅੱਗੇ ਮੈਂ ਤੁਹਾਨੂੰ ਦੱਸੂਗੀ, ਉਰੇ ਸਿਰਫ ਇੱਕ ਵਾਰੀ ਮੈਂ ਤੁਹਾਨੂੰ ਰੀਡ ਕਰ ਰਹੀ ਹਾਂ, ਸਿਲੇਬਸ ਸਾਰਾ ਆਪਾਂ ਗੋ ਥਰੂ ਕਰ ਰਹੇ ਹਾਂ। ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਆਉਣੀ ਹੈ 25 ਨੰਬਰਾਂ ਦੀ, ਜਿਹਦੇ ਵਿੱਚੋਂ ਕਿ ਆਲਮੋਸਟ ਇਹ ਸਮਝ ਲਓ ਕਿ ਹਾਫ ਆਫ ਵੇਟੇਜ ਰਹਿਣ ਵਾਲੀ ਹੈ। ਵਰਬਲ, ਨॉन ਵਰਬਲ ਰੀਜ਼ਨਿੰਗ ਆਉਣੀ ਹੈ, ਦੈਨ ਕੁਆਂਟ, ਮੈਂਟਲ ਐਬਿਲਿਟੀ, ਬੇਸਿਕ ਨੂਮੇਰੇਸੀ, ਇਹ ਸਾਰਾ ਕੁਝ ਆਉਣਾ, ਜਿਹਦੇ ਵਿੱਚ ਕਿ ਡੇਟਾ ਇੰਟਰਪ੍ਰੀਟੇਸ਼ਨ ਜੇ ਤੁਸੀਂ ਚੰਗੀ ਤਰ੍ਹਾਂ ਕਰ ਲਈ ਤਾਂ ਤੁਸੀਂ ਉੱਥੇ ਮਾਰਕਸ ਲੈ ਸਕਦੇ ਹੋ। ਇਹ ਬਾਕੀ ਕੁਆਂਟ ਤੇ ਕੰਪੈਰੀਟਿਵਲੀ ਈਜ਼ੀਅਰ ਹੈ। ਸੋ ਜੇ ਕੋਈ ਸਟੂਡੈਂਟ ਮੈਥਸ ਦੇ ਵਿੱਚ ਵੀਕ ਹੈ ਤਾਂ ਤੁਹਾਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਬਾਕੀ ਸਾਰਾ ਪੋਰਸ਼ਨ ਤਿਆਰ ਕਰੋ 75 ਨੰਬਰ ਦਾ, ਤੇ ਇਹਦੇ ਵਿੱਚੋਂ ਰੀਜ਼ਨਿੰਗ ਐਂਡ ਡੇਟਾ ਇੰਟਰਪ੍ਰੀਟੇਸ਼ਨ ਇਹ ਤਿਆਰ ਕਰ ਲਓ। ਸੋ ਉਸ ਤੋਂ ਅੱਗੇ ਆ ਜਾਂਦੀ ਹੈ ਇੰਗਲਿਸ਼ 12 ਨੰਬਰ ਦੀ, ਬੇਸਿਕ ਗ੍ਰਾਮਰ ਜੋ ਸਾਰੇ ਪੇਪਰਾਂ ਦਾ ਸੇਮ ਪੈਟਰਨ ਹੈ, ਪੰਜਾਬੀ 13 ਨੰਬਰਾਂ ਦੀ, ਦੈਨ ਪੰਜਾਬੀ ਕੁਆਲੀਫਾਈਂਗ ਪੇਪਰ। ਹੁਣ ਜਿਹੜਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈ, ਸੋ ਇਹ ਜਿਹੜਾ ਐਗਜ਼ਾਮ ਹੈ ਇਹਦੇ ਵਿੱਚ ਤੁਹਾਡੇ ਕੋਲ ਕੁਆਲੀਫਾਈਂਗ ਪੇਪਰ ਵੀ ਆਊਗਾ ਪੰਜਾਬੀ ਦਾ। ਸੋ ਪਾਰਟ A ਹੈ ਪੰਜਾਬੀ ਕੁਆਲੀਫਾਈਂਗ, ਜਿਹਦੇ ਵਿੱਚ ਤੁਸੀਂ 50 ਚੋਂ 25 ਨੰਬਰ ਲੈਣੇ ਨੇ। ਸੋ ਇਹਦੇ ਉੱਤੇ ਕੋਈ ਮੈਰਿਟ ਨਹੀਂ ਬਣਨੀ ਇਸ ਪਾਰਟ ਉੱਤੇ, ਬਟ ਸਟਿਲ ਇਹ ਪਾਰਟ ਆਪਣੇ ਲਈ ਇੰਪੋਰਟੈਂਟ ਹੈ। ਸੋ ਜਦੋਂ ਤੁਸੀਂ ਇਹ 13 ਨੰਬਰ ਦੀ ਪੰਜਾਬੀ ਤਿਆਰ ਕਰਨੀ ਹੈ ਗ੍ਰਾਮਰ, ਇਹਦੇ ਨਾਲ ਹੀ ਆਪਾਂ ਨੇ ਉੱਥੇ ਕੁਆਲੀਫਾਈਂਗ ਐਗਜ਼ਾਮ ਵਾਲੀ ਤਿਆਰੀ ਵੀ ਕਰ ਲੈਣੀ ਹੈ, ਕਿਉਂਕਿ
ਉਹ ਵੀ ਕਲੀਅਰ ਕਰਨਾ ਇਕੁਅਲੀ ਇੰਪੋਰਟੈਂਟ ਹੈ। ਸੋ ਕੰਪਿਊਟਰ 9 ਨੰਬਰਾਂ ਦਾ ਬਹੁਤ ਹੀ ਸਿੰਪਲ ਜਿਹੇ ਟੌਪਿਕ ਨੇ। ਹੁਣ ਪੰਜਾਬ ਹਿਸਟਰੀ ਐਂਡ ਕਲਚਰ ਇੱਥੇ ਅਲੱਗ ਤੋਂ ਆ ਗਿਆ। ਸੋ ਪੰਜਾਬ ਹਿਸਟਰੀ ਆਪਾਂ ਨੇ 14th ਸੈਂਚੁਰੀ ਔਨਵਰਡ ਫਰਸਟ ਪਾਰਟ ਵਿੱਚ ਵੀ ਦੇਖੀ ਸੀ GS ਦੇ ਅੰਡਰ। ਸੋ ਇੱਥੇ ਦੁਬਾਰਾ ਤੋਂ 16 ਨੰਬਰਾਂ ਦੀ ਅਲੱਗ ਤੋਂ ਆ ਰਹੀ ਹੈ। ਸੋ ਤੁਸੀਂ ਆਪ ਦੇਖ ਸਕਦੇ ਹੋ ਕਿ ਪੰਜਾਬ GK ਕਿੰਨੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਤੁਹਾਡੇ ਲਈ। ਸੋ ਪਾਰਟ A ਪੰਜਾਬੀ ਕੁਆਲੀਫਾਈਂਗ ਐਗਜ਼ਾਮ। ਹੁਣ ਪੰਜਾਬੀ ਕੁਆਲੀਫਾਈਂਗ ਐਗਜ਼ਾਮ ਨੂੰ ਆਪਾਂ ਨੇ ਕਿਵੇਂ ਕਵਰ ਕਰਨਾ? ਇੱਕ ਤਾਂ ਮੈਂ ਤੁਹਾਨੂੰ ਦੱਸਤਾ ਕਿ ਜਿਹੜੇ ਇਹਦੇ ਵਿੱਚੋਂ ਟੌਪਿਕ ਨੇ 2 ਤੋਂ ਲੈ ਕੇ 12 ਦੇ ਪੰਜਾਬੀ ਕੁਆਲੀਫਾਈਂਗ ਦੇ, ਇਹ ਸਾਰੇ ਗ੍ਰਾਮਰ ਵਾਲੇ ਟੌਪਿਕ ਨੇ। ਇਹ ਤਾਂ ਤੁਸੀਂ ਇਸ ਗ੍ਰਾਮਰ ਦੇ ਪੋਰਸ਼ਨ ਦੇ ਨਾਲ ਕਵਰ ਕਰ ਲੈਣਾ 13 ਨੰਬਰਾਂ ਦੇ ਨਾਲ। ਬਾਕੀ ਜਿਹੜੇ 2 ਟੌਪਿਕ ਬਚੇ ਨੇ, ਜੀਵਨੀ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ, ਤੇ ਨਾਲ ਉਸ ਤੋਂ ਬਾਅਦ ਇਹ 13 ਤੇ 14 ਇਹ 3 ਟੌਪਿਕ ਬਚੇ ਨੇ ਇਤਿਹਾਸ ਸੱਭਿਆਚਾਰ ਨਾਲ। ਇਹ 3 ਟੌਪਿਕ ਆਪਾਂ ਨੇ ਇੱਥੇ ਕਵਰ ਕਰ ਲੈਣੇ ਨੇ। ਸੋ ਫਰਸਟ 13 ਐਂਡ 14 ਟੌਪਿਕ ਪੰਜਾਬੀ ਕੁਆਲੀਫਾਈਂਗ ਦੇ ਆਪਾਂ ਨੇ ਇਹ 16 ਨੰਬਰਾਂ ਦੀ ਜਿਹੜੀ ਪੰਜਾਬ ਹਿਸਟਰੀ ਐਂਡ ਕਲਚਰ ਹੈ ਇਹਦੇ ਵਿੱਚ ਕਵਰ ਕਰ ਲੈਣਾ ਹੈ। ਸੋ ਇਸ ਤਰੀਕੇ ਨਾਲ ਤੁਸੀਂ ਕੁਆਲੀਫਾਈਂਗ ਐਗਜ਼ਾਮ ਨੂੰ ਵੀ ਆਪਣੇ ਨਾਲ ਨਾਲ ਦਿਮਾਗ 'ਚ ਲੈ ਕੇ ਚੱਲਣਾ। ਸੋ ਇਹ ਸੀ ਆਪਣਾ ਨਾਰਮਲ ਸਿਲੇਬਸ। ਸੋ ਹੁਣ ਮੇਨ ਇੰਪੋਰਟੈਂਟ ਚੀਜ਼ ਆਉਂਦੀ ਹੈ, ਤਿਆਰੀ ਕਿਵੇਂ ਕਰਨੀ ਹੈ। ਸੋ ਜਿਹੜੇ ਸਟੂਡੈਂਟ ਸੈਲਫ ਸਟੱਡੀ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਸਟੂਡੈਂਟ ਮੇਰੇ ਨਾਲ ਐਕਸਾਈਜ਼ ਕੋਰਸ ਵਿੱਚ ਹੋਣਗੇ, ਸੋ ਤੁਹਾਡੇ ਦੋਨਾਂ ਦੇ ਲਈ ਸਟ੍ਰੈਟਜੀ ਸੇਮ ਰਹਿਣ ਵਾਲੀ ਹੈ। ਜੇ ਤੁਸੀਂ ਆਪ ਤਿਆਰੀ ਕਰਦੇ ਹੋ ਜਾਂ ਜੇ ਤੁਸੀਂ ਮੇਰੇ ਨਾਲ ਵੀ ਤਿਆਰੀ ਕਰਦੇ ਹੋ, ਦੈਨ ਆਈ ਵਿਲ ਆਲਸੋ ਬੀ ਫੋਲੋਇੰਗ ਦਿਸ ਸਟ੍ਰੈਟਜੀ ਓਨਲੀ। ਸੋ ਪੋਲਿਟੀ, ਹੁਣ ਮੈਂ ਇੱਥੇ ਜਿਹੜੇ ਸਬਜੈਕਟ ਨੇ ਇਹਨਾਂ ਦੇ ਨਾਲ ਤੁਸੀਂ ਰੈਡ ਦੇਖ ਸਕਦੇ ਹੋ, ਇਟੈਲਿਕ ਫੌਂਟਸ ਦੇ ਵਿੱਚ ਮੈਂ ਲਿਖਿਆ ਹੋਇਆ ਕਿ ਇਹ ਜਿਹੜਾ ਸਬਜੈਕਟ ਹੈ ਨੰਬਰ 1 ਤੇ ਇੰਪੋਰਟੈਂਟ ਹੈ, ਇਹ ਸਬਜੈਕਟ ਨੰਬਰ 2 ਤੇ ਇੰਪੋਰਟੈਂਟ ਹੈ, ਇਹ ਸਬਜੈਕਟ ਨੰਬਰ 3 ਤੇ। ਸੋ ਨੰਬਰ 1 ਵਾਲੇ ਆਪਾਂ ਕੋਰਸ ਵਿੱਚ ਪਹਿਲਾਂ ਕਵਰ ਕਰਾਂਗੇ, ਫਿਰ ਨੰਬਰ 2 ਵਾਲੇ, ਫਿਰ ਨੰਬਰ 3 ਵਾਲੇ। ਸੋ ਪੋਲਿਟੀ ਸਭ ਤੋਂ ਇੰਪੋਰਟੈਂਟ ਹੈ, ਇਕੱਲੇ ਐਕਸਾਈਜ਼ ਲਈ ਹੀ ਨਹੀਂ, ਕੋਈ ਵੀ ਪੇਪਰ ਹੈ 2025 ਜੇ ਤੁਸੀਂ ਆਪਣੀ ਕਿਸੇ ਵੀ ਸਰਕਾਰੀ ਪੇਪਰ ਦੇ ਵਿੱਚ ਸੀਟ ਪੱਕੀ ਕਰਨੀ ਹੈ ਤਾਂ ਜਿਹੜੇ ਨੰਬਰ 1 ਮੋਸਟ ਇੰਪੋਰਟੈਂਟ ਮੈਂ ਤੁਹਾਨੂੰ ਟੌਪਿਕ ਦੱਸੂਗੀ, ਸਬਜੈਕਟ ਦੱਸੂਗੀ, ਉਹ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਨੇ ਤੇ ਉਹਨਾਂ ਨੂੰ ਤੁਸੀਂ ਪਹਿਲ ਦੇ ਤੌਰ ਤੇ ਤਿਆਰ ਕਰਨਾ। ਸੋ ਪੋਲਿਟੀ ਨੰਬਰ 1 ਮੋਸਟ ਇੰਪੋਰਟੈਂਟ ਫॉर ਐਕਸਾਈਜ਼। ਪੋਲਿਟੀ ਦੇ ਲਈ ਆਪਾਂ ਨੇ MS ਲక్ష్ਮੀ ਕਾਂਤ ਬੁੱਕ ਕਰਨੀ ਹੈ, ਇਹਦੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਥਿਊਰੀ ਦੇ ਲਈ ਥਿਊਰੀ ਕਰਨ ਤੋਂ ਬਾਅਦ ਫਿਰ ਇਹਦੀ MCQ ਪ੍ਰੈਕਟਿਸ ਕਰਾਂਗੇ ਚੈਪਟਰ ਵਾਈਜ਼। এনवायरमेंट ਤੀਜੇ ਨੰਬਰ ਤੇ ਹੈ। ਸ਼ੰਕਰ IAS ਅਕੈਡਮੀ ਤੇ ਨਾਲ NCERTs ਦੇ ਕੁਝ ਇੰਪੋਰਟੈਂਟ ਚੈਪਟਰ ਨੇ, ਉਹ ਆਪਾਂ ਕਰਾਂਗੇ ਥਿਊਰੀ ਦੇ ਅੰਦਰ ਤੇ ਉਸ ਤੋਂ ਬਾਅਦ MCQ ਪ੍ਰੈਕਟਿਸ। ਸਾਇੰਸ ਐਂਡ ਟੈਕਨੋਲੋਜੀ ਦੇ ਲਈ ਸੇਮ ਨੰਬਰ 3 ਤੇ ਇੰਪੋਰਟੈਂਟ ਹੈ। ਐਕਸਾਈਜ਼ ਦੇ ਲਈ ਮੈਂ ਦੱਸ ਰਹੀ ਹਾਂ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਐਂਡ ਟੈਕਨੋਲੋਜੀ 6ਵੀਂ ਤੋਂ 10ਵੀਂ ਕਲਾਸ ਦੀ NCERT ਬੇਸਡ ਥਿਓਰੈਟੀਕਲ ਤਿਆਰੀ, ਉਸ ਤੋਂ ਬਾਅਦ ਇੱਕ ਕੰਪਾਈਲੇਸ਼ਨ MCQs ਦੀ। ਇਕਨੋਮਿਕਸ ਐਕਸਾਈਜ਼ ਲਈ ਨੰਬਰ 1 ਮੋਸਟ ਇੰਪੋਰਟੈਂਟ ਸੰਜੀਵ ਵਰਮਾ ਦੀ ਬੁੱਕ ਤੁਸੀਂ ਕਰ ਸਕਦੇ ਹੋ। ਨਾਲ ਤੁਸੀਂ ਲੇਟੈਸਟ ਸੈਂਟਰ ਤੇ ਸਟੇਟ ਦੇ ਬਜਟ ਕਰਨੇ ਨੇ, ਸਰਵੇ ਕਰਨੇ ਨੇ ਤੇ MCQs ਦੀ ਕੰਪਾਈਲੇਸ਼ਨ। ਤੇ ਇਕਨੋਮਿਕਸ ਦੇ ਅੰਦਰ ਟੈਕਸੇਸ਼ਨ ਦੇ ਕੁਝ ਵੈਸੇ ਇੰਪੋਰਟੈਂਟ ਟੌਪਿਕ ਨੇ। ਆਪਾਂ ਨੂੰ ਪਤਾ ਕਿ ਐਕਸਾਈਜ਼ ਦੇ ਵਿੱਚ ਟੈਕਸੇਸ਼ਨ ਅਲੱਗ ਤੋਂ ਨਹੀਂ ਆਉਣਾ, ਪਰ ਸਟਿਲ ਟੈਕਸੇਸ਼ਨ ਦੇ ਕੁਝ ਇੰਪੋਰਟੈਂਟ ਟੌਪਿਕ ਨੇ ਜਿਹੜੇ ਆਪਾਂ ਨੇ ਇਹਦੇ ਅੰਦਰ ਕਵਰ ਕਰਨੇ ਨੇ, ਸੋ ਆਪਾਂ ਕੋਰਸ ਦੇ ਵਿੱਚ ਕਰਾਂਗੇ। ਦੈਨ ਪੰਜਾਬ GK ਨੰਬਰ 1 ਮੋਸਟ ਇੰਪੋਰਟੈਂਟ ਔਰ ਅਦਰ ਆਈ ਵੁੱਡ ਸੇ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ। ਸੋ ਮੁਨੀਸ਼ ਜਿੰਦਲ ਦੀ ਲੇਟੈਸਟ ਐਡੀਸ਼ਨ ਦੀ ਕਿਤਾਬ ਨਾਲ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਉੱਤੋਂ ਆਪਾਂ ਨੇ ਲੇਟੈਸਟ ਸਕੀਮਸ ਤਿਆਰ ਕਰਨੀਆਂ ਨੇ। ਪੰਜਾਬ ਕਰੰਟ ਅਫੇਅਰ ਤਿਆਰ ਕਰਨੇ ਨੇ ਪਿਛਲੇ 1 ਸਾਲ ਦੇ। ਪੰਜਾਬ ਸਟੇਟ ਬੋਰਡ ਸੋਸ਼ਲ ਸਾਇੰਸ ਦੀ ਬੁੱਕਸ ਨੇ, ਮੈਂ ਬਾਰ-ਬਾਰ ਪਹਿਲਾਂ ਵੀ ਦੱਸਿਆ PSSB ਨੇ ਡਾਇਰੈਕਟਲੀ ਪੰਜਾਬ ਸਿੱਖਿਆ ਬੋਰਡ ਦੀਆਂ ਕਿਤਾਬਾਂ 'ਚ ਕੁਐਸਚਨ ਪਾਏ ਹੋਏ ਹੁੰਦੇ ਨੇ। ਉਹ ਕੁਐਸਚਨ ਨਾ ਤੁਹਾਨੂੰ ਮੁਨੀਸ਼ ਜਿੰਦਲ ਵਾਲੀ ਬੁੱਕ 'ਚੋਂ ਦਿਖਣੇ ਨੇ, ਨਾ ਕਿਸੇ ਹੋਰ ਕਿਤਾਬ 'ਚੋਂ ਦਿਖਣੇ ਨੇ, ਉਹ ਡਾਇਰੈਕਟਲੀ ਤੁਹਾਨੂੰ 6ਵੀਂ ਤੋਂ 10ਵੀਂ ਦੀਆਂ ਪੰਜਾਬ ਸਟੇਟ ਬੋਰਡ ਦੀਆਂ ਅਲੱਗ-ਅਲੱਗ ਕਿਤਾਬਾਂ ਨੇ ਇੰਗਲਿਸ਼ ਮੀਡੀਅਮ ਵਾਲੀਆਂ, ਜਿਨ੍ਹਾਂ 'ਚੋਂ ਤੁਹਾਨੂੰ ਮਿਲਣਗੇ ਕੁਐਸਚਨ। ਸੋ ਉਹ ਮੈਂ ਤੁਹਾਨੂੰ ਤਿਆਰੀ ਕਰਵਾ ਦੂੰਗੀ ਕੋਰਸ ਦੇ ਅੰਦਰ। ਦੈਨ MCQs ਦੀ ਪ੍ਰੈਕਟਿਸ ਕਰਾਂਗੇ ਆਪਾਂ ਪੰਜਾਬ GK ਦੀ। ਇੰਡੀਅਨ ਹਿਸਟਰੀ ਅਗੇਨ ਨੰਬਰ 1 ਮੋਸਟ ਇੰਪੋਰਟੈਂਟ। ਹੁਣ ਚਾਹੇ ਸਿਲੇਬਸ ਵਿੱਚ ਲਿਖਿਆ ਹੋਇਆ ਮੇਨ ਫੋਕਸ ਮਾਡਰਨ ਇੰਡੀਆ ਹਿਸਟਰੀ ਤੇ, ਪਰ ਆਪਾਂ ਨੇ ਏਂਸ਼ੀਅੰਟ ਵੀ ਕਰਨੀ ਹੈ ਕਿਉਂਕਿ PSSB ਨੂੰ ਬਹੁਤ ਪਸੰਦ ਹੈ ਏਂਸ਼ੀਅੰਟ ਵਿੱਚੋਂ ਕੁਐਸਚਨ ਪਾਉਣੇ। ਸੋ ਏਂਸ਼ੀਅੰਟ, ਮਿਡੀਵਲ, ਮਾਡਰਨ ਆਪਾਂ ਤਿੰਨੋਂ ਕਰਨੀਆਂ ਨੇ। RS ਸ਼ਰਮਾ, ਸੁਭਾਸ਼ ਚੰਦਰ ਸਪੈਕਟਰਮ ਨਾਲ ਤਮਿਲਨਾਡੂ ਬੋਰਡ ਦੀ 11ਵੀਂ ਤੇ 12ਵੀਂ ਦੀ ਕਿਤਾਬ, ਇਹ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਹੈ, ਬੈਸਟ ਬੁੱਕਸ ਨੇ, ਸਿੰਪਲੈਸਟ ਲੈਂਗੁਏਜ ਹੈ
ਕਿਉਂਕਿ ਇਹ ਜਿਹੜੀਆਂ 2 ਕਿਤਾਬਾਂ ਨੇ ਇਹਦੇ ਵਿੱਚ ਤੁਹਾਡੇ ਆਰਟ ਐਂਡ ਕਲਚਰ ਦੇ ਵੀ ਬਹੁਤ ਸਾਰੇ ਟੌਪਿਕ ਆਟੋਮੈਟਿਕਲੀ ਕਵਰ ਹੋ ਜਾਂਦੇ ਨੇ। ਉਸ ਤੋਂ ਬਾਅਦ MCQ ਤਿਆਰੀ। ਸਪੋਰਟਸ ਤੇ ਸਟੈਟਿਕ ਜੀਕੇ ਦੇ ਲਈ ਡਿਫਰੈਂਟ ਆਨਲਾਈਨ ਸੋਰਸਿਸ ਤੋਂ ਖੁਦ ਦੇ ਨੋਟਸ ਮੈਂ ਬਣਾਉਂਗੀ, ਤੁਹਾਨੂੰ ਕੋਰਸ ਦੇ ਅੰਦਰ ਪ੍ਰੋਵਾਈਡ ਕਰਵਾਉਂਗੀ। ਜੇ ਤੁਸੀਂ ਸੈਲਫ ਸਟੱਡੀ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਨੋਟਸ ਅਲੱਗ ਤੋਂ ਬਣਾਉਣੇ ਪੈਣਗੇ, ਕਿਉਂਕਿ ਇਹ ਕੁਝ ਇਹੋ ਜਿਹੇ ਟੌਪਿਕਸ ਨੇ ਜਿੰਨੇ ਤੁਹਾਨੂੰ ਕਿਤੇ ਵੀ ਕਿਸੇ ਇੱਕ ਕਿਤਾਬ ਵਿੱਚੋਂ ਨਹੀਂ ਕਦੇ ਮਿਲਣਗੇ। ਸੋ ਇਹਦੇ ਲਈ ਤੁਹਾਨੂੰ ਅਲੱਗ ਤੋਂ ਆਪਣੇ ਨੋਟਸ ਤਿਆਰ ਕਰਨੇ ਪੈਣਗੇ। ਸਿਨੇਮਾ, ਲਿਟਰੇਚਰ, ਆਰਟ ਐਂਡ ਕਲਚਰ, then current affair, national, international, again number 1 most important। ਹੁਣ ਕਰੰਟ ਅਫੇਅਰ ਆਪਾਂ ਨੇ ਸਟਾਰਟ ਕਰਨੇ ਨੇ 2025 ਦੇ ਪੇਪਰਾਂ ਲਈ ਜਨਵਰੀ 2024 ਤੋਂ ਘੱਟੋ ਘੱਟ। ਇਹਦੇ ਲਈ ਕੋਈ ਵੀ ਪੇਪਰ ਹੈ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਕੱਲੇ MCQ ਨਾ ਕਰਕੇ ਜਾਓ। ਸਪੈਸ਼ਲੀ ਜਿਹੜੇ ਆਫਿਸਰ ਲੈਵਲ ਦੇ ਐਗਜ਼ਾਮਸ ਨੇ, ਜਿਵੇਂ ਐਕਸਾਈਜ਼ ਇੰਸਪੈਕਟਰ ਹੋ ਗਿਆ, ਜਾਂ ਜੇ ਕੱਲ੍ਹ ਨੂੰ PCS ਦਾ ਵੀ ਐਗਜ਼ਾਮ ਆਉਣਾ ਹੈ, ਸੋ ਉਹਦੀ ਵੀ ਤੁਸੀਂ ਤਿਆਰੀ ਨਾਲ ਹੀ, ਕਿਉਂਕਿ ਇਹ ਨਹੀਂ ਕਿ ਹੁਣ ਤੁਸੀਂ ਐਕਸਾਈਜ਼ ਦੀ ਤਿਆਰੀ ਕਰ ਰਹੇ ਹੋ ਤਾਂ ਜੇ PCS ਆ ਗਿਆ ਤੁਸੀਂ ਡਰ ਜਾਓ, ਇੱਕੋਦਮ ਨਰਵਸ ਹੋ ਜਾਓ ਕਿ ਉਹ ਵੀ ਇਕੁਅਲੀ ਇੰਪੋਰਟੈਂਟ ਐਗਜ਼ਾਮ ਹੈ, ਅਸੀਂ ਉਹਦੀ ਤਿਆਰੀ ਕਿਵੇਂ ਕਰੀਏ। ਸੋ ਇੱਕ ਸਮਾਰਟ ਤਿਆਰੀ ਕਰਨੀ ਆਪਾਂ ਨੇ ਕਿ ਐਟਲੀਸਟ ਤੁਹਾਡੇ ਕਰੰਟ ਅਫੇਅਰ PCS ਦੇ ਲਈ ਇੱਥੇ ਹੀ ਤਿਆਰ ਹੋ ਜਾਣ। ਸੋ ਇਨਸਾਈਟਸ ਔਨ ਇੰਡੀਆ ਦੀ ਬਹੁਤ ਵਧੀਆ ਮੰਥਲੀ ਕਰੰਟ ਅਫੇਅਰ ਦੀ ਮੈਗਜ਼ੀਨ ਆਉਂਦੀ ਹੈ, ਸੋ ਉਹ ਕਰ ਸਕਦੇ ਹੋ। ਨਾਲ ਤੁਸੀਂ ਇੱਕ MCQ ਪ੍ਰੈਕਟਿਸ ਕਰਨ ਦੇ ਲਈ ਵੀ ਮੰਥਲੀ ਕੰਪਾਈਲੇਸ਼ਨ। ਸੋ ਇਹ 2 ਸੋਰਸਿਸ IAS ਲੈਵਲ ਦੇ ਜ਼ਰੂਰੀ ਨੇ ਕਿਸੇ ਵੀ ਪੇਪਰ ਲਈ, ਕਿਉਂਕਿ ਆਪਾਂ ਨੂੰ ਇਸ਼ੂਜ਼ ਵਾਲਾ ਏਰੀਆ ਵੀ ਕਵਰ ਕਰਨਾ ਹੈ। ਸੋ ਇਸ਼ੂਜ਼ ਵਾਲਾ ਏਰੀਆ ਜਿਹੜਾ ਸਿਲੇਬਸ ਦੇ ਵਿੱਚ ਇਹ ਚੀਜ਼ਾਂ ਨੇ, ਪੋਲੀਟੀਕਲ ਇਸ਼ੂ, ਇਨਵਾਇਰਨਮੈਂਟ ਇਸ਼ੂ। ਸੋ ਇਹਦਾ ਮਤਲਬ ਹੈ ਸਟੈਟਿਕ ਦੇ ਨਾਲ ਨਾਲ ਤੁਹਾਨੂੰ ਕਰੰਟ ਅਫੇਅਰ ਬੇਸਡ ਨੌਲੇਜ ਵੀ ਚਾਹੀਦੀ ਹੈ। ਸੋ ਇਸ ਪਾਰਟ ਨੂੰ ਕਵਰ ਕਰਨ ਦੇ ਲਈ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਕਰੰਟ ਅਫੇਅਰ ਉੱਤੇ ਆਪਣਾ ਹੋਲਡ ਚਾਹੀਦਾ ਹੈ। ਦੈਨ ਵਰਬਲ ਨਾਨ ਵਰਬਲ ਰੀਜ਼ਨਿੰਗ ਦੇ ਲਈ ਇਹ ਨੰਬਰ 2 ਤੇ ਮੋਸਟ ਇੰਪੋਰਟੈਂਟ ਆ ਜਾਂਦਾ ਐਕਸਰਸਾਈਜ਼ ਦੇ ਲਈ, ਕਿਉਂਕਿ GS ਵਾਲਾ ਪਾਰਟ ਕਾਫੀ ਜ਼ਿਆਦਾ ਵੇਟੇਜ ਦਾ ਹੈ, ਉਹ ਬਹੁਤ ਇੰਪੋਰਟੈਂਟ ਹੈ, ਇਸ ਲਈ ਉਹਨੂੰ ਮੈਂ ਨੰਬਰ 1 ਕਿਹਾ। ਮਾਡਰਨ ਅਪਰੋਚ ਟੂ ਵਰਬਲ ਨਾਨ ਵਰਬਲ ਬਾਏ RS ਅਗਰਵਾਲ, ਤੇ ਨਾਲ ਲਾਸਟ 2 ਸਾਲਾਂ ਦੇ ਪ੍ਰੀਵੀਅਸ ਈਅਰ ਕੁਐਸਚਨ ਕਰਨੇ ਨੇ PSSB ਤੇ PPSC ਦੇ ਲਈ। ਦੈਨ ਕੁਆਂਟੀਟਿਵ ਐਪਟੀਟਿਊਡ ਹੈ ਜਿਹੜਾ ਰਮਨਦੀਪ ਸਿੰਘ ਦੀ ਬਹੁਤ ਵਧੀਆ ਕਿਤਾਬ ਹੈ, ਜਿਹੜੀ ਕਿ ਬੈਂਕਿੰਗ ਐਗਜ਼ਾਮਸ ਲੈਵਲ ਜਦੋਂ ਵੀ ਕੋਈ ਵੀ PSSB ਹੋ ਗਿਆ ਜਾਂ ਇਵਨ PPSC PCS ਸਿਵਲ ਸਰਵਿਸਿਜ਼ ਹੋ ਗਿਆ, CSET ਦੀ ਗੱਲ ਆਉਂਦੀ ਹੈ, ਕੁਆਂਟ ਰੀਜ਼ਨਿੰਗ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਤਿਆਰੀ ਬੈਂਕਿੰਗ ਐਗਜ਼ਾਮਸ ਦੇ ਵਿੱਚ ਜਿਹੜਾ ਕੁਆਂਟ ਜਿਹੜੀ ਰੀਜ਼ਨਿੰਗ ਆਉਂਦੀ ਹੈ ਉਹਦੇ ਲੈਵਲ ਦੀ ਕਰਨੀ ਹੈ। ਸੋ ਇਹ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ। ਨਾਲ ਤੁਸੀਂ ਲਾਸਟ 2 ਸਾਲਾਂ ਦੇ ਪ੍ਰੀਵੀਅਸ ਈਅਰ ਕੁਐਸਚਨ ਤਿਆਰ ਕਰਨੇ ਨੇ PPSC ਤੇ PSSB ਦੋਨਾਂ ਦੇ ਪ੍ਰੈਕਟਿਸ ਲਈ। ਦੈਨ ਇੰਗਲਿਸ਼ ਕਲਾਸ 10th 12th ਕੋਈ ਵੀ ਗ੍ਰਾਮਰ ਲੈ ਸਕਦੇ ਹੋ, CBSE ਬੋਰਡ ਦੀ ਕੋਈ ਵੀ ਤੁਸੀਂ ਲੈ ਸਕਦੇ ਹੋ ਸਿੰਪਲ, ਤੇ ਨਾਲ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਦੀ ਪ੍ਰੈਕਟਿਸ ਕਰਨੀ ਹੈ। ਪੰਜਾਬੀ ਲਈ ਵੀ ਸਿੰਪਲ ਆਪਾਂ ਨੇ CBSE ਜਾਂ ਫਿਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗ੍ਰਾਮਰ, ਤੇ ਨਾਲ ਘੱਟੋ ਘੱਟ 2 ਸਾਲ ਦੇ ਪ੍ਰੀਵੀਅਸ ਈਅਰ ਕੁਐਸਚਨ ਦੋਨਾਂ ਦੇ, PSSB ਆਰਗੇਨਾਈਜੇਸ਼ਨ ਦੇ ਵੀ PPSC ਦੇ ਵੀ। ਪੇਪਰ ਚਾਹੇ ਤੁਸੀਂ ਐਕਸਾਈਜ਼ ਦੀ ਤਿਆਰੀ ਕਰ ਰਹੇ ਹੋ, ਬਟ PPSC ਦੇ ਵਿੱਚੋਂ ਚੱਕ ਕੇ ਵੀ ਕੁਐਸਚਨ ਕਈ ਵਾਰੀ ਆ ਜਾਂਦੇ ਨੇ। ਸੋ ਉਸ ਤੋਂ ਬਾਅਦ ਆਉਂਦਾ ਕੰਪਿਊਟਰ, ਬਹੁਤ ਥੋੜੇ ਜਿਹੇ ਨੰਬਰਾਂ ਦੇ ਐਕਸਾਈਜ਼ ਦੇ ਲਈ, ਇਸ ਲਈ ਨੰਬਰ 3 ਤੇ ਮੈਂ ਲਿਖਿਆ ਇੱਥੇ, ਕਿਉਂਕਿ ਬਹੁਤ ਤੁਹਾਡਾ ਮੰਨ ਲਓ ਕਿ 2 ਦਿਨ 'ਚ ਕੰਪਿਊਟਰ ਹੋ ਜਾਊਗਾ। ਸੋ ਖੁਦ ਦੇ ਨੋਟਸ ਬਣਾਓ ਡਿਫਰੈਂਟ ਆਨਲਾਈਨ ਸੋਰਸਿਸ ਤੋਂ। ਜੇ ਤੁਸੀਂ ਮੇਰੇ ਨਾਲ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਲੇਟੈਸਟ ਅਪਡੇਟਸ ਦੇ ਨਾਲ ਨੋਟਸ ਤਿਆਰ ਮਿਲਣਗੇ। ਸੋ ਹੁਣ ਆਉਂਦੀ ਹੈ ਸਭ ਤੋਂ ਇੰਪੋਰਟੈਂਟ ਚੀਜ਼, ਕੋਰਸ। ਸੋ ਪਹਿਲੀ ਵਾਰੀ ਮੈਂ ਲਾਈਵ ਲੈਕਚਰ ਲੈ ਰਹੀ ਹਾਂ ਗੂਗਲ ਮੀਟ ਦੇ ਥਰੂ। ਲਾਈਵ ਲੈਕਚਰ ਹੋਣਗੇ, ਇਹ ਬਿਲਕੁਲ ਫ੍ਰੀ ਪਲੇਟਫਾਰਮ ਹੈ। ਸੋ ਤੁਸੀਂ ਸਿਰਫ ਔਰ ਸਿਰਫ ਮੈਨੂੰ ਆਪਣੀ ਈਮੇਲ ਦੇਣੀ ਹੈ ਪੇਮੈਂਟ ਕਰਨ ਤੋਂ ਬਾਅਦ। ਤੁਹਾਡੀ ਈਮੇਲ ਉੱਤੇ ਸਕੇਡਿਊਲ ਦੇ ਅਨੁਸਾਰ ਲਾਈਵ ਲੈਕਚਰ ਹੋਇਆ ਕਰੂਗਾ। ਸੋ ਹੁਣ ਮੈਂ ਤੁਹਾਨੂੰ ਇੱਕ ਵਾਰੀ ਸਾਰੀ ਚੰਗੀ ਤਰ੍ਹਾਂ ਡੀਟੇਲਸ ਦੱਸ ਦਿੰਦੀ ਹਾਂ। ਸੋ 17 ਜਨਵਰੀ ਤੋਂ ਇਹ ਕੋਰਸ ਸ਼ੁਰੂ ਹੋਊਗਾ, 4 ਅਪ੍ਰੈਲ ਤੱਕ ਚੱਲੂਗਾ। ਸੋ ਸਭ ਤੋਂ ਪਹਿਲਾਂ 17 ਜਨਵਰੀ ਨੂੰ ਜਿਹੜਾ ਲੈਕਚਰ ਆਪਾਂ ਨੇ ਸਟਾਰਟ ਕਰਨਾ ਹੈ, ਸਬਜੈਕਟ ਸਟਾਰਟ ਕਰਨਾ ਹੈ, ਉਹ ਹੋਊਗਾ ਪੋਲਿਟੀ। ਸੋ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਫਰਾਈਡੇ, ਸੈਟਰਡੇ, ਸੰਡੇ 3 ਦਿਨ ਮੈਂ ਤੁਹਾਨੂੰ ਤਿਆਰੀ ਕਰਵਾਉਂਗੀ ਹਫਤੇ ਦੇ ਅੰਦਰ ਲਾਈਵ ਲੈਕਚਰਸ। ਸੋ ਫਰਾਈਡੇ ਨੂੰ 2 ਘੰਟੇ ਦਾ ਲੈਕਚਰ ਹੋਇਆ ਕਰੂਗਾ, 15 ਮਿੰਟ ਦੀ ਬ੍ਰੇਕ। ਸੈਟਰਡੇ ਸੰਡੇ ਨੂੰ 4-4 ਘੰਟੇ ਦੇ ਲੈਕਚਰ ਹੋਣਗੇ, ਵਿੱਚ ਅੱਧੇ ਘੰਟੇ ਦੀ ਬ੍ਰੇਕ ਲਿਆ ਕਰਾਂਗੇ ਆਪਾਂ। ਸੋ 17 ਜਨਵਰੀ ਨੂੰ 2 ਘੰਟੇ ਦਾ, ਫਰਾਈਡੇ ਨੂੰ ਸਵੇਰੇ 9:30 ਤੋਂ 11:30, ਅਗਲੇ ਦਿਨ 9:30 ਤੋਂ 2, ਸੇਮ ਸੰਡੇ ਨੂੰ 9:30 ਤੋਂ 2, ਤੇ ਇਹੀ ਸਕੇਡਿਊਲ ਰਹੂਗਾ। ਹੁਣ ਜਿਹੜੇ ਸਟੂਡੈਂਟਸ
ਲਾਈਵ ਲੈਕਚਰ ਨਹੀਂ ਲਗਾ ਸਕਦੇ ਕਿਸੇ ਦਿਨ, ਕੋਈ ਪ੍ਰੋਬਲਮ ਹੈ, ਕੋਈ ਕੰਮ ਹੈ, ਤਾਂ ਉਹਨਾਂ ਨੂੰ ਰਿਕਾਰਡਡ ਲੈਕਚਰ ਮਿਲ ਜਾ ਕਰੂਗਾ। ਬਟ ਆਈ ਵੁੱਡ ਪ੍ਰੈਫਰ ਕਿ ਤੁਸੀਂ ਲਾਈਵ ਲੈਕਚਰ ਹੀ ਲਗਾਉਣ ਦੀ ਕੋਸ਼ਿਸ਼ ਕਰੋ। ਐਟਲੀਸਟ 3 ਚੋਂ 1 ਦਿਨ ਤਾਂ ਲਗਾਓ ਘੱਟੋ ਘੱਟ, ਕਿਉਂਕਿ ਬਹੁਤ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਸੀ ਡਾਊਟਸ ਨੂੰ ਲੈ ਕੇ। ਹੁਣ ਕੀ ਹੈ, ਜਿਵੇਂ ਆਪਾਂ ਨੇ 1 ਹਫ਼ਤੇ ਵਿੱਚ ਮੈਂ ਇਹ 10 ਘੰਟੇ ਤੁਹਾਨੂੰ ਪੋਲਿਟੀ ਪੜ੍ਹਾਉਣੀ ਹੈ, ਸੋ ਤੁਸੀਂ ਮੈਨੂੰ ਸੰਡੇ ਨੂੰ ਜਦੋਂ ਆਪਣਾ ਲੈਕਚਰ ਖਤਮ ਹੋ ਗਿਆ, ਸਿਲੇਬਸ ਆਪਾਂ ਨੇ ਖਤਮ ਕਰਤਾ, ਤੁਸੀਂ ਮੈਨੂੰ ਟਿਊਜ਼ਡੇ ਤੱਕ ਆਪਣੇ ਡਾਊਟਸ ਭੇਜਣੇ ਨੇ। ਤੁਸੀਂ ਮੈਨੂੰ ਈਮੇਲ ਕਰਕੇ ਆਪਣੇ ਡਾਊਟਸ ਭੇਜੇ, ਮੈਂ ਫਿਰ ਨੈਕਸਟ ਵੀਕਐਂਡ 'ਤੇ ਫਰਾਈਡੇ ਨੂੰ ਜਦੋਂ ਅਗਲਾ ਸਬਜੈਕਟ ਸ਼ੁਰੂ ਕਰਵਾਇਆ ਕਰੂੰਗੀ, ਉਸ ਤੋਂ ਪਹਿਲਾਂ ਸਵੇਰੇ 9 ਵਜੇ ਜਿਹੜੇ ਵੀ ਸਟੂਡੈਂਟਸ ਦੇ ਡਾਊਟਸ ਨੇ, ਤੁਸੀਂ ਮੇਰੇ ਨਾਲ 9 ਵਜੇ ਲਾਈਵ ਹੋ ਸਕਦੇ ਹੋ, ਅਤੇ ਤੁਹਾਡੇ ਡਾਊਟਸ ਮੈਂ ਅਗਲਾ ਸਬਜੈਕਟ ਸ਼ੁਰੂ ਕਰਵਾਉਣ ਤੋਂ ਪਹਿਲਾਂ ਅੱਧਾ ਘੰਟਾ ਕਲੀਅਰ ਕਰਿਆ ਕਰੂੰਗੀ। ਕਿਉਂਕਿ ਇਹ ਮੇਨ ਪ੍ਰੋਬਲਮ ਸੀ ਤੇ ਇਹ ਇਸ਼ੂ ਹੁਣ ਮੈਂ ਸੋਲਵ ਕੀਤਾ ਹੈ। ਸੋ 10 ਘੰਟੇ ਦੀ ਪੋਲਿਟੀ ਫਸਟ ਵੀਕ ਦੇ ਵਿੱਚ ਆਪਾਂ ਨੇ ਕਰ ਲਈ। ਦੂਜੇ ਵੀਕ ਵਿੱਚ ਆਪਾਂ ਕਰਾਂਗੇ ਇਕਨੋਮਿਕਸ। ਅਗੇਨ 10 ਘੰਟੇ ਦੇ ਲੈਕਚਰ, 2 ਘੰਟੇ ਦਾ ਫਰਾਈਡੇ ਨੂੰ, 4-4 ਘੰਟੇ ਦੇ ਸੈਟਰਡੇ ਐਂਡ ਸੰਡੇ ਨੂੰ। ਸੋ ਜਿਹੜੇ ਇਕਨੋਮਿਕਸ ਵਾਲੇ ਡਾਊਟਸ ਹੋਣਗੇ ਉਹ ਫਿਰ ਤੁਹਾਡੇ ਅਗਲੇ ਹਫਤੇ ਹੋਣਗੇ। ਪੰਜਾਬ ਜੀਕੇ ਨੈਕਸਟ ਵੀਕ। ਸੋ ਪੰਜਾਬ ਜੀਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹਨੂੰ ਆਪਾਂ ਨੇ ਬਹੁਤ ਡੀਟੇਲ ਦੇ ਵਿੱਚ ਤਿਆਰ ਕਰਨਾ ਹੈ। ਸੋ 2 ਵੀਕਸ ਦੇ ਵਿੱਚ ਆਪਾਂ ਪੰਜਾਬ ਜੀਕੇ ਨੂੰ ਕਵਰ ਕਰ ਰਹੇ ਹਾਂ। ਸੱਤ ਫਰਵਰੀ ਵਾਲਾ ਜਿਹੜਾ ਵੀਕ ਹੋਊਗਾ ਤੇ ਨਾਲ 31 ਜਨਵਰੀ। ਸੋ ਟੋਟਲ 20 ਆਵਰਸ, 20 ਘੰਟੇ ਤੁਹਾਨੂੰ ਪੰਜਾਬ ਜੀਕੇ ਦੇ ਲੈਕਚਰ ਮਿਲਣਗੇ। ਨੈਕਸਟ ਆ ਗਿਆ ਆਪਣੇ ਕੋਲ ਇੰਡੀਅਨ ਹਿਸਟਰੀ। ਸੋ ਇੰਡੀਅਨ ਹਿਸਟਰੀ ਵੀ ਬਹੁਤ ਜ਼ਿਆਦਾ ਡੀਟੇਲਡ ਹੈ, ਸੋ ਇਹ ਵੀ 1 ਵੀਕ ਵਿੱਚ ਨਹੀਂ ਕਵਰ ਹੋਣ ਵਾਲੀ। ਸੋ ਇੰਡੀਅਨ ਹਿਸਟਰੀ ਲਈ ਵੀ ਆਪਾਂ ਨੇ ਇੱਦਾਂ ਹੀ ਮੈਂ ਸ਼ਡਿਊਲ ਬਣਾਇਆ ਹੈ, ਤੇ ਇਹ ਵੀ ਤੁਹਾਡੀ 2 ਹਫ਼ਤਿਆਂ ਦੇ ਵਿੱਚ ਕਵਰ ਹੋਊਗੀ। ਦੈਨ ਕਮਸ ਸਪੋਰਟਸ ਐਂਡ ਸਟੈਟਿਕ ਜੀਕੇ। ਸੋ ਸਪੋਰਟਸ ਐਂਡ ਸਟੈਟਿਕ ਜੀਕੇ ਜਿਹੜਾ ਇਹ ਇੰਡੀਅਨ ਹਿਸਟਰੀ ਵਾਲਾ ਵੀਕ ਹੋਊਗਾ, ਸੈਕਿੰਡ ਵਾਲਾ, ਉਹਦੇ ਫਸਟ 2 ਡੇਜ਼ ਮੈਂ ਇੰਡੀਅਨ ਹਿਸਟਰੀ ਕਵਰ ਕਰਵਾਉਂਗੀ, 21 ਤੇ 22 ਨੂੰ। ਐਂਡ ਉਸ ਤੋਂ ਬਾਅਦ 23 ਤਰੀਕ ਨੂੰ ਤੁਹਾਨੂੰ ਸਪੋਰਟਸ ਐਂਡ ਸਟੈਟਿਕ ਜੀਕੇ ਕਵਰ ਕਰਵਾਉਂਗੀ। ਸੋ ਟੋਟਲ 4 ਘੰਟੇ ਦਾ ਇਕੱਲਾ ਲੈਕਚਰ ਹੋਊਗਾ ਸਟੈਟਿਕ ਜੀਕੇ ਦਾ, ਵਿਦ ਹਾਫ ਆਰ ਬ੍ਰੇਕ। ਦੈਨ ਗੱਲ ਆਉਂਦੀ ਹੈ ਕਰੰਟ ਅਫੇਅਰਸ ਦੀ, ਵਰਬਲ, ਨॉन ਵਰਬਲ, ਕੁਆਂਟ। ਸੋ ਇਹ ਜਿਹੜੇ 3 ਚੀਜ਼ਾਂ ਨੇ ਇਹ ਤੁਹਾਨੂੰ ਰਿਕਾਰਡਡ ਲੈਕਚਰ ਮਿਲਣਗੇ, ਤੇ ਇਨ ਬਿਟਵੀਨ ਇਸੇ ਕੋਰਸ ਦੇ ਚੱਲਦੇ ਹੀ ਨਾਲ ਮੈਂ ਤੁਹਾਨੂੰ ਵੀਕ ਡੇਜ਼ ਦੇ ਵਿੱਚ, ਕਿਉਂਕਿ ਵੀਕਐਂਡ ਤੇ ਤਾਂ ਮੈਂ ਤੁਹਾਨੂੰ ਲਾਈਵ ਲੈਕਚਰ ਇਹ ਸਾਰੇ ਸਬਜੈਕਟਸ ਕਵਰ ਕਰਵਾਉਂਗੀ, ਸੋ ਵਿੱਚ ਮੈਂ ਤੁਹਾਨੂੰ ਇਹਨਾਂ ਦੇ ਜਿਹੜੇ ਲੈਕਚਰ ਨੇ ਉਹ ਵੀ ਪ੍ਰੋਵਾਈਡ ਕਰਵਾਉਂਦੀ ਰਿਹਾ ਕਰੂੰਗੀ। ਸੋ ਕਰੰਟ ਅਫੇਅਰ, ਵਰਬਲ, ਨॉन ਵਰਬਲ, ਪੂਰੇ ਟੌਪਿਕ ਡੀਟੇਲ ਦੇ ਵਿੱਚ ਕਵਰ ਹੋਣਗੇ, ਸਾਰੇ ਕਨਸੈਪਟ, ਟ੍ਰਿਕਸ, ਪ੍ਰੈਕਟਿਸ, ਸੋ ਸਭ ਕੁਝ ਆਪਾਂ ਕਰਾਂਗੇ। ਸੋ ਫੈਬਰਰੀ ਦੇ ਵਿੱਚ ਤੁਹਾਨੂੰ ਇਹ ਲੈਕਚਰ ਮਿਲ ਜਾਣਗੇ। ਸੋ ਜਿਵੇਂ ਇਕੱਠੇ ਮੈਂ ਤੁਹਾਨੂੰ ਕਰੰਟ ਅਫੇਅਰ ਦੇ ਪ੍ਰੋਵਾਈਡ ਕਰਵਾ ਦੂੰਗੀ, ਇਕੱਠੇ ਵਰਬਲ, ਨॉन ਵਰਬਲ ਦੇ, ਸੋ ਦੈਟ ਦਿਸ ਇੱਕ ਪੂਰਾ ਸਬਜੈਕਟ ਕਵਰ ਕਰ ਸਕੋ। ਦੈਨ ਪੰਜਾਬੀ। ਸੋ 28 ਫਰਵਰੀ ਵਾਲੇ ਵੀਕ ਆਪਾਂ ਨੇ ਪੰਜਾਬੀ ਕਵਰ ਕਰਨੀ ਹੈ। ਸਾਇੰਸ ਐਂਡ ਟੈਕਨੋਲੋਜੀ ਆਪਾਂ ਨੇ 7th ਮਾਰਚ ਵਾਲੇ ਵੀਕ ਆਪਾਂ ਨੇ ਕਵਰ ਕਰਨੀ ਹੈ। ਦੈਨ ਇੰਗਲਿਸ਼ 14th ਮਾਰਚ ਵਾਲੇ ਵੀਕ, ਕੰਪਿਊਟਰ 21 ਮਾਰਚ ਵਾਲੇ ਵੀਕ। ਉਸ ਤੋਂ ਬਾਅਦ ਇਨਵਾਇਰਨਮੈਂਟ ਹੋ ਗਿਆ ਆਪਣਾ। ਸੋ ਲਾਸਟ ਵੀਕ ਦੇ ਵਿੱਚ ਆਪਾਂ ਨੇ ਇਨਵਾਇਰਨਮੈਂਟ ਕਵਰ ਕਰ ਲਿਆ। ਸੋ ਉਸ ਤੋਂ ਬਾਅਦ ਮੈਂ ਇੱਕ ਹੋਰ ਦਿਨ ਐਲੋਕੇਟ ਕਰੂੰਗੀ ਜਦੋਂ ਤੁਹਾਡਾ ਇਹ ਸਾਰਾ ਖਤਮ ਹੋ ਗਿਆ। ਸੋ 15 ਅਪ੍ਰੈਲ ਤੱਕ ਤੁਹਾਨੂੰ ਟਾਈਮ ਮਿਲੂਗਾ ਕਿ ਜੋ ਵੀ ਆਪਾਂ ਨੇ ਪੂਰਾ 100% ਸਿਲੇਬਸ ਐਕਸਾਈਜ਼ ਦਾ ਕਵਰ ਕਰ ਲਿਆ, ਸੋ ਉਹਦੇ ਤੁਸੀਂ ਡਾਊਟ ਸਾਰੇ ਮੈਨੂੰ ਭੇਜਣੇ ਨੇ, ਤੇ ਫਿਰ ਮੈਂ ਇੱਕ ਦਿਨ ਤੁਹਾਨੂੰ ਦੱਸੂਗੀ ਜਿਸ ਦਿਨ ਕੱਲੇ ਮੈਂ ਤੁਹਾਡੇ ਪੂਰੇ ਸਿਲੇਬਸ ਉੱਤੇ ਦੁਬਾਰਾ ਤੋਂ ਡਾਊਟਸ ਤੁਹਾਡੇ ਨਾਲ ਕਲੀਅਰ ਕਰੂੰਗੀ, ਸੋ ਦੈਟ ਆਪਾਂ ਫਾਈਨਲ ਐਗਜ਼ਾਮ ਤੋਂ ਪਹਿਲਾਂ ਪੂਰੇ ਰੈਡੀ ਹੋਈਏ। ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਤੁਸੀਂ ਲਾਈਵ ਕਲਾਸਿਸ ਨਹੀਂ ਲਗਾ ਪਾ ਰਹੇ ਤਾਂ ਤੁਹਾਨੂੰ ਬਿਲਕੁਲ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਰਿਕਾਰਡਡ ਲੈਕਚਰ ਮਿਲ ਜਾਣਗੇ। ਬਟ ਅਗੇਨ ਆਈ ਵੁੱਡ ਸੁਜੈਸਟ ਕਿ ਤੁਸੀਂ ਲਾਈਵ ਲੈਕਚਰ ਲਗਾਓ, ਕਿਉਂਕਿ ਸਪੈਸ਼ਲੀ ਇਹ ਚੀਜ਼ ਮੈਂ ਲੈ ਕੇ ਆਈ ਹਾਂ ਸਟੂਡੈਂਟਸ ਦੀ ਡਿਮਾਂਡ ਉੱਤੇ। ਸੋ ਲੈਕਚਰਸ ਗੂਗਲ ਮੀਟ ਦੇ ਥਰੂ ਹੋਣਗੇ। ਗੂਗਲ ਮੀਟ ਜਦੋਂ ਮੈਂ ਤੁਹਾਨੂੰ ਡੈਮੋ ਲੈਕਚਰ ਲਗਵਾਉਂਗੀ ਤਾਂ ਉਸ ਡੈਮੋ ਲੈਕਚਰ ਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਤਰੀਕੇ ਨਾਲ ਸਾਰਾ ਐਕਸਪਲੇਨ ਕਰ ਦੂੰਗੀ ਕਿਵੇਂ ਤੁਸੀਂ ਜੁਆਇਨ ਕਰਨਾ ਹੈ, ਕੀ ਕਰਨਾ ਹੈ। ਸੋ ਕੋਰਸ ਸਟਾਰਟ ਕਰਨ ਤੋਂ ਪਹਿਲਾਂ ਇੱਕ ਦਿਨ ਡੈਮੋ ਲੈਕਚਰ ਰੱਖਾਂਗੇ। ਸੋ ਕੋਰਸ ਪ੍ਰਾਈਸ ਹੈ ਕੰਪਲੀਟ 6999, ਜਿਹਦੇ ਵਿੱਚ ਤੁਹਾਨੂੰ 100% ਸਿਲੇਬਸ ਕਵਰ ਹੋ ਰਿਹਾ, ਲਾਈਵ ਲੈਕਚਰ ਮਿਲ ਰਹੇ ਨੇ,
ਨੋਟਸ ਮਿਲ ਰਹੇ ਨੇ, ਥਿਊਰੀ MCQ ਦੋਨੋਂ ਚੀਜ਼ਾਂ, ਤੇ ਨਾਲ ਉਸ ਤੋਂ ਬਾਅਦ ਮੌਕ ਟੈਸਟ ਵੀ ਤੁਹਾਨੂੰ ਮਿਲਣਗੇ ਐਗਜ਼ਾਮ ਤੋਂ ਪਹਿਲਾਂ। ਸੋ ਡੈਮੋ ਲੈਕਚਰ ਮੈਂ ਕੰਡਕਟ ਕਰਵਾਉਂਗੀ ਗੂਗਲ ਮੀਟ ਦੇ ਥਰੂ, ਜਿਵੇਂ ਮੈਂ ਤੁਹਾਨੂੰ ਦੱਸਿਆ ਲਾਈਵ 25 ਤੋਂ 28 ਤਰੀਕ ਦੇ ਵਿੱਚ ਮੈਂ ਇੱਕ ਦਿਨ ਡਿਸਾਈਡ ਕਰੂੰਗੀ। ਤੁਸੀਂ ਮੈਨੂੰ ਈਮੇਲ ਭੇਜਣੀ ਆ। ਹੁਣ ਅੱਜ ਜਦੋਂ ਮੈਂ ਲੈਕਚਰ ਅਪਲੋਡ ਕਰਦਾ YouTube ਤੇ, ਇਸ ਤੋਂ ਬਾਅਦ ਤੁਸੀਂ ਮੈਨੂੰ 22-23 ਤਰੀਕ ਤੱਕ ਈਮੇਲ ਭੇਜੋ ਐਂਡ ਦੱਸਿਓ ਕਿ ਤੁਸੀਂ ਕਿਸ ਦਿਨ ਜਾਂ ਕਿਸ ਟਾਈਮ ਕੰਫਰਟੇਬਲ ਹੋ, ਜੇ ਰਾਤ ਨੂੰ ਜ਼ਿਆਦਾ ਕੰਫਰਟੇਬਲ ਹੋ। ਸੋ ਜਿਹੜੇ ਮੈਕਸਿਮਮ ਸਟੂਡੈਂਟਸ ਜਿਸ ਟਾਈਮ ਅਵੇਲੇਬਲ ਹੋਣਗੇ ਉਸ ਟਾਈਮ ਆਪਾਂ ਇਹ ਡੈਮੋ ਲੈਕਚਰ ਰੱਖਾਂਗੇ, ਜੋ ਕਿ ਲਾਈਵ ਹੋਊਗਾ, ਜਿਹਦੇ ਵਿੱਚ ਮੈਂ ਤੁਹਾਨੂੰ ਕੋਈ ਵੀ ਇੱਕ ਸਬਜੈਕਟ ਦਾ ਕੋਈ ਟੌਪਿਕ ਕਰਵਾਉਂਗੀ। ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਕਿ ਗੂਗਲ ਮੀਟ ਨੂੰ ਕਿਵੇਂ ਜੁਆਇਨ ਕਰਨਾ ਹੈ, ਕਿਵੇਂ ਇਹਦੇ ਤੇ ਵੀਡੀਓ ਲੈਕਚਰ ਮੈਂ ਲਗਾਇਆ ਕਰੂੰਗੀ, ਤੁਹਾਡੇ ਕੋਲ ਲਿੰਕ ਕਿਵੇਂ ਆਇਆ ਕਰੂਗਾ। ਨਾਲ ਹੀ ਤੁਹਾਨੂੰ ਲਾਈਵ ਲੈਕਚਰ ਦਾ ਕਨਸੈਪਟ ਵੀ ਪਤਾ ਲੱਗ ਜੂਗਾ, ਕਿਉਂਕਿ ਕੁਝ ਵੀ ਰਿਕਾਰਡਡ ਨਹੀਂ ਹੋਊਗਾ। ਮੈਂ ਸਾਹਮਣੇ ਫਰੈਸ਼ ਤੁਹਾਨੂੰ ਸਾਰਾ ਕਨਸੈਪਟ ਸਮਝਾਉਂਗੀ, ਫਰੈਸ਼ ਤਿਆਰੀ ਕਰਵਾਉਂਗੀ। ਤੁਸੀਂ ਆਪਣੇ ਕੋਲ ਕੋਈ ਕਾਪੀ ਰੱਖਣੀ ਹੈ ਨੋਟਸ, ਸੋ ਦੈਟ ਵੈਸੇ ਤਾਂ ਮੈਂ ਤੁਹਾਨੂੰ ਸਾਰੇ ਨੋਟਸ ਨਾਲ ਦੀ ਨਾਲ ਸ਼ੇਅਰ ਕਰਿਆ ਕਰੂੰਗੀ ਲਾਈਵ ਲੈਕਚਰ ਦੇ ਵਿੱਚ ਵੀ, ਨੋਟਸ 'ਚ ਵੀ ਪੜ੍ਹਾਉਂਗੀ, ਬਟ ਨਾਲ ਜੋ ਚੀਜ਼ਾਂ ਮੈਂ ਤੁਹਾਨੂੰ ਨੋਟ ਕਰਵਾਉਂਗੀ ਬੋਲ ਕੇ ਲੈਕਚਰ ਦੇ ਵਿੱਚ ਇੰਪੋਰਟੈਂਟ ਨੇ, ਜਾਂ ਕੋਈ ਮੀਨਿੰਗ ਲਿਖਵਾ ਰਹੀ ਹਾਂ ਮੈਂ ਤੁਹਾਨੂੰ ਕਿਸੇ ਵਰਡ ਦਾ, ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਨਾਲ ਨੋਟ ਕਰਦੇ ਰਹਿਣਾ ਹੈ। ਸੋ ਜਿਵੇਂ ਤੁਸੀਂ ਇੱਕ ਇੰਸਟੀਚਿਊਟ ਦੇ ਵਿੱਚ ਬੈਠ ਕੇ ਤਿਆਰੀ ਕਰਦੇ ਹੋ, ਸੇਮ ਉਸੇ ਤਰੀਕੇ ਨਾਲ ਹੀ ਤੁਹਾਨੂੰ ਇਹ ਜਿਹੜੀ ਤਿਆਰੀ ਹੈ ਕਰਵਾਈ ਜਾਊਗੀ। ਸੋ ਜੇ ਤੁਸੀਂ ਇੰਟਰਸਟਿਡ ਹੋ ਇਸ ਕੋਰਸ ਦੇ ਵਿੱਚ ਤਾਂ ਤੁਸੀਂ ਮੈਨੂੰ ਈਮੇਲ ਭੇਜਣੀ ਹੈ, ਜਾਂ ਤੁਸੀਂ DM ਵੀ ਭੇਜ ਸਕਦੇ ਹੋ ਇੰਸਟਾਗ੍ਰਾਮ ਤੇ, ਬਟ ਆਈ ਵੁੱਡ ਸੁਜੈਸਟ ਕਿ ਤੁਸੀਂ ਈਮੇਲ ਭੇਜੋ, ਸੋ ਦੈਟ ਤੁਹਾਡੀ ਈਮੇਲ ਮੇਰੇ ਕੋਲ ਆ ਜਾਵੇ ਤੇ ਉਸ ਈਮੇਲ ਉੱਤੇ ਮੈਂ ਤੁਹਾਨੂੰ ਡੈਮੋ ਲੈਕਚਰ ਦਾ ਲਿੰਕ ਭੇਜ ਸਕੂੰਗੀ। So if interested in investing 3 months with me and you want to secure 100% seat in 2025, then do book your seat by paying 1000। So ਤੁਸੀਂ ਮੈਨੂੰ 31 ਦਸੰਬਰ ਤੱਕ ਇਸ ਡੈਮੋ ਲੈਕਚਰ ਲਗਾਉਣ ਤੋਂ ਬਾਅਦ ਆਪਣੀ ਸੀਟ ਪੱਕੀ ਕਰਵਾਉਣੀ ਹੈ। ਤੁਸੀਂ 1000 ਪਹਿਲਾਂ ਪੇ ਕਰ ਸਕਦੇ ਹੋ, ਰਿਮੇਨਿੰਗ ਫੀਸ ਹੈ ਜਿਹੜੀ ਉਹ ਤੁਸੀਂ 5 ਜਨਵਰੀ ਤੱਕ ਪੇ ਕਰ ਸਕਦੇ ਹੋ। ਸੋ ਲੈਕਚਰ ਆਪਣੇ 17 ਤੱਕ ਆਉਣਗੇ, ਡੈਮੋ ਲੈਕਚਰ ਤੋਂ ਬਾਅਦ 31 ਤੱਕ ਤੁਸੀਂ ਮੈਨੂੰ ਆਪਣੀ ਸੀਟ ਬੁੱਕ ਕਰਵਾਉਣ ਦੇ ਲਈ 1000 ਪੇ ਕਰਨਾ ਹੈ, ਐਂਡ ਬਾਕੀ ਰਿਮੇਨਿੰਗ ਫੁੱਲ ਫੀਸ ਤੁਸੀਂ ਮੈਨੂੰ 5 ਜਨਵਰੀ ਤੱਕ ਪੇ ਕਰ ਸਕਦੇ ਹੋ। ਸੋ ਲਾਈਵ ਲੈਕਚਰ ਰਿਕਾਰਡਡ ਲੈਕਚਰ ਦੇ ਨਾਲ ਵਾਂਗੂ ਨਹੀਂ ਹੁੰਦੇ, ਬਿਲਕੁਲ ਜਿਵੇਂ ਅਸਲੀ ਕੋਚਿੰਗ ਇੰਸਟੀਚਿਊਟ ਹੁੰਦਾ ਉਸੇ ਤਰੀਕੇ ਨਾਲ ਮੈਂ ਆਪਣਾ ਟਾਈਮ ਸਭ ਕੁਝ ਇਨਵੈਸਟ ਕਰੂੰਗੀ। ਸੋ ਮੈਂ ਐਕਸਪੈਕਟ ਕਰੂੰਗੀ ਕਿ ਤੁਸੀਂ ਵੀ ਆਪਣਾ ਪੂਰਾ 100% ਦਿਓ, ਸੋ ਦੈਟ ਤੁਹਾਡੀ ਸੀਟ ਪੱਕੀ ਹੋ ਸਕੇ ਕਿਸੇ ਵੀ 2025 ਦੇ ਗਵਰਨਮੈਂਟ ਐਗਜ਼ਾਮ ਦੇ ਲਈ, ਐਕਸਾਈਜ਼ ਇੰਸਪੈਕਟਰ ਦੇ ਲਈ। So your preparation will include free mock test, PSSP previous year questions। ਸੋ ਇਹ all inclusive course ਹੈ, ਤੁਹਾਨੂੰ ਇਹਦੇ ਵਿੱਚ ਸਭ ਕੁਝ ਮਿਲ ਰਿਹਾ, ਕਿਤੋਂ ਹੋਰ ਤੁਹਾਨੂੰ ਤਿਆਰੀ ਕਰਨ ਦੀ ਜ਼ਰੂਰਤ ਨਹੀਂ ਪਊਗੀ। ਸੋ ਕੋਰਸ ਡਿਟੇਲਸ ਤੁਹਾਨੂੰ ਪਤਾ ਲੱਗ ਗਿਆ। ਸੋ ਦੁਬਾਰਾ ਤੋਂ ਮੈਂ ਇੱਥੇ ਟੈਂਪਲੇਟ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ। ਸੋ ਸਕੇਡਿਊਲ, ਪੇਮੈਂਟ ਡਿਟੇਲਸ, ਸਾਰਾ ਕੁਝ ਟੈਲੀਗ੍ਰਾਮ, YouTube, ਇੰਸਟਾਗ੍ਰਾਮ ਉੱਤੇ ਤੁਹਾਨੂੰ ਮਿਲ ਜੂਗਾ। ਜੇ ਤੁਹਾਨੂੰ ਕੋਈ ਹੋਰ ਡਾਊਟ ਹੈ ਤੁਸੀਂ ਕਦੇ ਵੀ ਮੈਨੂੰ ਈਮੇਲ ਕਰ ਸਕਦੇ ਹੋ on legalvictor02896@gmail.com। ਸੋ ਆਨਲਾਈਨ ਕਲਾਸਿਸ ਹੋਣਗੀਆਂ, ਡਾਊਟ ਸੈਸ਼ਨ ਹੋਣਗੇ ਪਹਿਲੀ ਵਾਰੀ, ਪ੍ਰਾਈਸਿਸ ਮੈਂਸ਼ਨਡ ਹੇਅਰ, ਐਂਡ ਕੋਰਸ ਇਜ਼ ਸਟਾਰਟਿੰਗ ਫਰੋਮ 17th of January। ਸੋ 17 ਜਨਵਰੀ ਤੋਂ ਸ਼ੁਰੂ ਹੋ ਕੇ 4 ਅਪ੍ਰੈਲ ਤੱਕ ਕੋਰਸ ਚੱਲੂਗਾ, ਤੇ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ 4 ਅਪ੍ਰੈਲ ਤੋਂ ਬਾਅਦ ਵੀ ਪੇਪਰ ਤੱਕ ਕੋਈ ਵੀ ਤੁਹਾਡੇ ਡਾਊਟਸ ਨੇ ਉਹ ਤੁਹਾਡੇ ਕਲੀਅਰ ਹੋਣਗੇ। ਈਵਨ April ਦੇ ਮੰਥ ਵਿੱਚ 4 ਅਪ੍ਰੈਲ ਤੋਂ ਬਾਅਦ ਇੱਕ ਦਿਨ ਮੈਂ ਤੁਹਾਨੂੰ ਮਾਰਚ ਵਾਲੇ ਜਿਹੜੇ ਕਰੰਟ ਅਫੇਅਰ ਨੇ ਉਹ ਵੀ ਕਵਰ ਕਰਵਾਉਂਗੀ। ਸੋ ਇਸ ਤਰੀਕੇ ਨਾਲ ਆਪਣੀ 100% ਤਿਆਰੀ ਹੋਊਗੀ ਐਕਸਾਈਜ਼ ਇੰਸਪੈਕਟਰ ਦੇ ਲਈ। That was all for today. Thank you and good luck.